ਸਰ FIR ਲਾਂਚ ਹੁੰਦੀ ਹੈ ਸੁਮੇਧ ਸੈਣੀ ਹੋਰਾਂ ਦੇ ਉੱਤੇ। ਜੇ ਗੱਲ ਕਰੀਏ ਕਿ ਇਹ ਹੋ ਸਕਦੀ ਹੈ ਕੋਈ ਕੋਗਨਾਈਜ਼ੇਬਲ ਅਫੈਂਸ ਹੋਇਆ ਜੀ ਜਿਹੜਾ ਕਿ ਪ੍ਰੀਵੈਂਸ਼ਨ ਆਫ ਕਰਪਸ਼ਨ ਐਕਟ ਦੇ ਘੇਰੇ ਥੱਲੇ ਆਉਂਦਾ, ਜਿਹੜਾ ਹੈ ਉਹ ਜ਼ਰੂਰੀ ਸਮਝਦੀਆਂ ਨੇ ਕਿ ਉਸ ਦੀ ਅਰੈਸਟ ਪਾਉਣੀ ਜ਼ਰੂਰੀ ਹੈ ਫਾਰ ਕਸਟੋਡੀਅਨ ਇੰਟਰੋਗੇਸ਼ਨ, ਤਾਂ ਉਹ ਇਸ ਤਰ੍ਹਾਂ ਦੀ ਅਰੈਸਟ ਵਿਦਆਊਟ ਦੀ ਵਾਰੰਟ ਆਫ ਦੀ ਕੋਰਟ ਕਰ ਸਕਦੀ ਹੈ। ਤੇ ਉਹਨਾਂ ਦੇ ਜਿਹੜੇ ਵਕੀਲ ਸੀਗੇ ਉਹਨਾਂ ਨੇ ਇਹ ਕਿਹਾ ਸੀਗਾ ਵੀ ਤੁਹਾਡੇ ਕੋਲ ਕੀ ਇਖਤਿਆਰ ਹੈਗੇ ਕਿ ਤੁਸੀਂ ਸਾਨੂੰ ਰੋਕੋ, ਹਾਲਾਂਕਿ ਉਹਨਾਂ ਦੀ ਨਿੱਜੀ ਸੰਪਤੀ ਆ, ਤਾਂ ਕੀ ਇਸ ਮਾਮਲੇ ਵਾਸਤੇ ਵਕੀਲਾਂ ਕੋਲ ਵੀ ਇਖਤਿਆਰ ਹੁੰਦੇ ਆ? ਉਹਨਾਂ ਦੇ ਕੋਲੇ ਅੰਡਰ ਕੋਡ ਆਫ ਕ੍ਰਿਮੀਨਲ ਪ੍ਰੋਸੀਜਰ ਔਰ ਅਦਰਵਾਈਜ਼ ਕਨਸਟੀਟਿਊਸ਼ਨਲ ਪ੍ਰੋਵੀਜ਼ਨਸ ਨੇ ਕਿ ਉਹ ਆਪਣੀ ਮਰਜ਼ੀ ਦਾ ਵਕੀਲ ਕਰ ਸਕਦਾ। ਈਵਨ ਡਿਊਰਿੰਗ ਇਨਵੈਸਟੀਗੇਸ਼ਨ ਜਦੋਂ ਕੋਈ ਬੰਦਾ ਮੰਨ ਲਓ ਅਰੈਸਟ ਵੀ ਹੋ ਜਾਂਦਾ ਤਾਂ ਡਿਊਰਿੰਗ ਇਨਵੈਸਟੀਗੇਸ਼ਨ ਵੀ ਕੁਝ ਸਮੇਂ ਦੇ ਲਈ ਉਹਨਾਂ ਦਾ ਵਕੀਲ, ਉਹਨਾਂ ਦੀ ਪ੍ਰੈਜ਼ੈਂਸ ਉੱਥੇ ਹੋ ਸਕਦੀ ਹੈ ਜੀ। ਵਿਜੀਲੈਂਸ ਦੇ ਜਿਹੜੇ ਆਫੀਸਰ ਨੇ ਜਿਹਦੇ ਵਿੱਚ ਡਾਇਰੈਕਟਰ ਆ, ਚੀਫ ਡਾਇਰੈਕਟਰ ਆ, ਜੁਆਇੰਟ ਡਾਇਰੈਕਟਰ ਆ, ਜਿੰਨੇ ਵੀ ਹੋਰ ਅਧਿਕਾਰੀ ਆ ਹਾਇਰਾਰਕੀ ਦੇ ਵਿੱਚ, ਉਹਨਾਂ ਦੇ ਉੱਤੇ ਇੱਕ ਮੋਨੀਟਰਿੰਗ ਏਜੰਸੀ ਐਸਟੈਬਲਿਸ਼ ਕੀਤੀ ਆ ਤਾਂ ਕਿ ਕੋਈ ਇੰਪਾਰਸ਼ੈਲਿਟੀ ਜਾਂ ਕੋਈ ਹੋਰ ਇਸ ਤਰ੍ਹਾਂ ਦਾ ਗਰਜ ਜਿਹੜਾ ਉਹ ਨਾ ਹੋ ਸਕੇ। ਜੇ ਕਿਸੇ ਨੂੰ ਕੋਈ ਗਰਜ ਲੱਗਦਾ ਉਹ ਉਸ ਅਧਿਕਾਰੀ ਨੂੰ ਜਿਹੜਾ ਚੀਫ ਵਿਜੀਲੈਂਸ ਕਮਿਸ਼ਨਰ ਆ ਉਹਦੇ ਕੋਲੇ ਜਾ ਕੇ ਆਪਣੀ ਬੇਨਤੀ ਲਾ ਸਕਦਾ ਜੀ। ਔਨ 에ਅਰ ਦੇਖ ਰਹੇ ਦਰਸ਼ਕਾਂ ਦਾ ਸਵਾਗਤ, ਮੈਂ ਹਾਂ ਕਮਲਜੀਤ ਸਿੱਧੂ। ਦੋਸਤੋ, ਡੀਜੀਪੀ ਸੁਮੇਧ ਸੈਣੀ ਦਾ ਮਾਮਲਾ ਕਾਫੀ ਦਿਨਾਂ ਦੇ ਵਿੱਚੋਂ ਵਿਵਾਦ ਦਾ ਵਿਸ਼ਾ ਬਣਿਆ ਹੋਇਆ ਹੈ। ਪਿਛਲੇ ਦਿਨੀ ਪੰਜਾਬ ਵਿਜੀਲੈਂਸ ਟੀਮ ਦੇ ਵੱਲੋਂ ਉਹਨਾਂ ਦੇ ਘਰ ਤੇ ਛਾਪੇਮਾਰੀ ਕੀਤੀ ਗਈ ਹੈ। ਕਾਫੀ ਅਰਸੇ ਤੋਂ ਇਹ ਮਾਮਲਾ ਕਾਫੀ ਉਲਝਿਆ ਹੋਇਆ ਹੈ ਕਿ ਆਖਰ ਸੁਮੇਧ ਸੈਣੀ ਨੂੰ ਕਿਸ ਤਰੀਕੇ ਨਾਲ ਇੱਕ ਨਿਸ਼ਾਨੇ ਦੇ ਉੱਤੇ ਆਏ ਹੋਏ ਨੇ ਔਰ ਵਾਰ-ਵਾਰ ਹੀ ਉਹਨਾਂ ਦਾ ਮੁੱਦਾ ਪੰਜਾਬ ਦੀ ਸਿਆਸਤ ਦਾ ਵਿਸ਼ਾ ਵੀ ਬਣਿਆ ਹੋਇਆ ਹੈ, ਕਿਉਂਕਿ ਸਿਆਸਤ ਦੇ ਗਲਿਆਰਿਆਂ ਵਿੱਚ ਅਕਸਰ ਸੁਮੇਧ ਸੈਣੀ ਨੂੰ ਲੈ ਕੇ ਕਾਫੀ ਚਰਚਾ ਹੋਈ ਆ। ਕਾਫੀ ਸਾਰੇ ਮੁੱਦੇ ਨੇ, ਪਰ ਅੱਜ ਸਾਡੇ ਨਾਲ ਇੱਕ ਵਾਰੀ ਫੇਰ ਪ੍ਰੋਫੈਸਰ ਜਗਮੋਹਨ ਸਿੰਘ, ਜਿਹੜੇ ਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਐਡਵੋਕੇਟ ਨੇ, ਨਾਲ ਹੀ ਉਹ ਪਟਿਆਲਾ ਕੋਰਟ ਦੇ ਵਿੱਚ ਵੀ ਬਤੌਰ ਪ੍ਰੈਕਟੀਸ਼ਨਰ ਕੰਮ ਕਰ ਰਹੇ ਨੇ, ਤਾਂ ਉਹਨਾਂ ਦੇ ਨਾਲ ਅੱਜ ਇਸੇ ਮੁੱਦੇ ਤੇ ਗੱਲਬਾਤ ਹੋਵੇਗੀ ਕਿ ਆਖਰ ਸੁਮੇਧ ਸੈਣੀ ਵਾਲਾ ਜੋ ਇਹ ਮਾਮਲਾ ਆ ਇਹ ਇੰਨਾ ਕਿਉਂ ਉਲਝ ਰਿਹਾ ਹੈਗਾ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਪ੍ਰੋਫੈਸਰ ਸਾਹਿਬ, ਸਵਾਗਤ ਹੈ ਅੱਜ ਦੇ ਪ੍ਰੋਗਰਾਮ ਵਿੱਚ ਤੁਹਾਡਾ। ਧੰਨਵਾਦ ਜੀ ਕਮਲਜੀਤ ਸਿੰਘ ਸਿੱਧੂ ਜੀ, ਤੁਹਾਡਾ ਵੀ ਤੇ ਔਨ 에ਅਰ ਚੈਨਲ ਦੇ ਸਾਰੇ ਦਰਸ਼ਕਾਂ ਸਰੋਤਿਆਂ ਦਾ ਤੇ ਸਮੁੱਚੇ ਵਿਸ਼ਵ ਵਿੱਚ ਵਸਦੇ ਪੰਜਾਬੀਆਂ ਦਾ ਬਹੁਤ ਬਹੁਤ ਧੰਨਵਾਦ ਜੀ। ਸਰ, FIR ਲਾਂਚ ਹੁੰਦੀ ਆ ਸੁਮੇਧ ਸੈਣੀ ਹੋਰਾਂ ਦੇ ਉੱਤੇ। ਜੇ ਗੱਲ ਕਰੀਏ ਕਿ ਇਹ ਹੋ ਸਕਦੀ ਹੈ ਸਿੱਧੂ ਸਾਹਿਬ, ਇਸ ਤਰ੍ਹਾਂ ਹੈਗਾ ਕਿ ਪ੍ਰੀਵੈਂਸ਼ਨ ਆਫ ਕਰਪਸ਼ਨ ਐਕਟ 1988 ਦੇ ਵਿੱਚ ਅਗਰ ਜਿਹੜੀ ਇਨਵੈਸਟੀਗੇਸ਼ਨ ਏਜੰਸੀਜ਼ ਨੇ, ਪੁਲਿਸ ਏਜੰਸੀਜ਼ ਨੇ, ਉਹ ਇਹ ਸਮਝਦੀਆਂ ਨੇ ਕਿ ਕਿਸੇ ਪਰਟੀਕੂਲਰ ਪਰਸਨ ਦੇ ਵੱਲੋਂ ਜਾਂ ਗਰੁੱਪ ਆਫ ਪਰਸਨਸ ਦੇ ਵੱਲੋਂ ਕੋਈ ਕੋਗਨਾਈਜ਼ੇਬਲ ਅਫੈਂਸ ਹੋਇਆ ਜਿਹੜਾ ਕਿ ਪ੍ਰੀਵੈਂਸ਼ਨ ਆਫ ਕਰਪਸ਼ਨ ਐਕਟ ਦੇ ਘੇਰੇ ਥੱਲੇ ਆਉਂਦਾ, ਤਾਂ ਅੰਡਰ ਸੈਕਸ਼ਨ 154 ਜਿਹੜਾ ਹੈਗਾ ਉਹ ਕੇਸ ਰਜਿਸਟਰ ਕਰਕੇ ਉਸ ਨੂੰ ਅਗਰ ਜਿਹੜਾ ਹੈ ਉਹ ਜ਼ਰੂਰੀ ਸਮਝਦੀਆਂ ਨੇ ਕਿ ਉਸ ਦੀ ਅਰੈਸਟ ਪਾਉਣੀ ਜ਼ਰੂਰੀ ਹੈ ਫਾਰ ਕਸਟੋਡੀਅਨ ਇੰਟਰੋਗੇਸ਼ਨ ਜੀ, ਤੇ ਉਹਦੇ ਕੋਲ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਪੁੱਛਗਿੱਛ ਕਰਦੀਆਂ, ਤਾਂ ਉਹ ਇਸ ਤਰ੍ਹਾਂ ਦੀ ਅਰੈਸਟ ਵਿਦਆਊਟ ਦੀ ਵਾਰੰਟ ਆਫ ਦੀ ਕੋਰਟ ਕਰ ਸਕਦੀ ਹੈ ਜੀ। ਤਾਂ ਇੱਥੇ ਦੂਸਰੀ ਗੱਲ ਆਉਂਦੀ ਕਿ ਪੁਲਿਸ ਇਹਨਾਂ ਨੂੰ ਅਰੈਸਟ ਕਰ ਸਕਦੀ ਹੈ, ਕਿਉਂਕਿ ਜਿੰਨੀ ਵਾਰੀ ਵੀ ਇਹ ਹੋਇਆ ਹੁਣ ਤੱਕ ਤਾਂ ਅਸੀਂ ਇਹੀ ਮਾਮਲਾ ਦੇਖਦੇ ਆ ਰਹੇ ਹਾਂ ਕਿ ਵਾਰ-ਵਾਰ ਜਿਹੜੀ ਪੁਲਿਸ ਉਹਨਾਂ ਨੂੰ ਅਰੈਸਟ ਕਰਨ ਗਈ ਆ, ਛਾਪੇਮਾਰੀ ਹੁੰਦੀ ਆ, ਪਰ ਉਹ ਕਦੇ ਵੀ ਅਰੈਸਟ ਨਹੀਂ ਹੋਏਗੀ। ਕਿੱਦਾਂ ਇਹ ਮੁੱਦਾ? ਇਸ ਤਰ੍ਹਾਂ ਸਰ ਇਹ ਹੈਗਾ ਕਿ ਜਦੋਂ ਇੱਕ FIR ਹੋ ਜਾਂਦੀ ਹੈ ਉਸ ਤੋਂ ਬਾਅਦ ਜਿਹੜਾ ਉਸ ਦੇ ਵਿੱਚ ਅਕਿਊਜ਼ਡ ਨੋਮੀਨੇਟ ਕੀਤਾ ਹੁੰਦਾ ਜਾਂ ਪ੍ਰੋਜੈਕਟ ਕੀਤਾ ਹੁੰਦਾ, ਉਸ ਦੇ ਕੋਲੇ ਵੀ ਕਾਨੂੰਨ ਵੱਲੋਂ ਕੁਝ ਰਾਹਤ ਹੈਗੀ ਆ ਜੀ। ਉਹ ਕਿਸੇ ਵੀ ਜਿਹੜੀ ਕੋਰਟ ਦੇ ਵਿੱਚ, ਚਾਹੇ ਉਹ ਟ੍ਰਾਇਲ ਕੋਰਟ ਆ ਚਾਹੇ ਉਹ ਹਾਈ ਕੋਰਟ ਆ, ਉਸ ਦੇ ਵਿੱਚ ਜਾ ਕੇ ਐਂਟੀਸਿਪੇਟਰੀ ਬੇਲ ਵੀ ਲਗਾ ਸਕਦਾ ਜੀ। तो जिन्नी देर अरेस्ट नहीं होंगी ਉਹਦੇ ਕੋਲ एंटीसिपेटरी बेल ਦੀ ਆਪਸ਼ਨ ਹੁੰਦੀ ਹੈ ਅੰਡਰ ਸੈਕਸ਼ਨ 438 ਆਫ ਦੀ ਕੋਡ ਆਫ ਕ੍ਰਿਮੀਨਲ ਪ੍ਰੋਸੀਜਰ। तो अगर ਹੁਣ ਤੱਕ ਤਾਂ ਉਹਨਾਂ ਦੀ ਅਰੈਸਟ ਨਹੀਂ ਹੋਈ ਤਾਂ ਉਹਨਾਂ ਦੇ ਕੋਲ एंटीसिपेटरी बेल ਦੀ ਆਪਸ਼ਨ ਹੈਗੀ ਆ ਜੀ। तो ਜੇ ਉਹ ਚਾਹਣਗੇ, ਉਹਨਾਂ ਦੀ ਆਪਣੀ ਪਰਸੈਪਸ਼ਨ ਹੈਗੀ ਆ, ਅਸੈਸਮੈਂਟ ਹੈਗੀ ਆ, ਉਹ ਐਂਟੀਸਿਪੇਟਰੀ ਬੇਲ ਜਿਹੜੀ ਆ ਮੂਵ ਕਰ ਸਕਦੇ ਹੈਗੇ। ਪਰ ਇਹ ਹੋਇਆ ਇਹ ਆ ਕਿ ਪਿਛਲੇ ਦਿਨ ਜਦੋਂ ਲਗਾਤਾਰ ਇਹ ਚਰਚਾ ਗਰਮਾਇਆ ਹੋਇਆ ਪਿਛਲੇ ਕੁਝ ਸਮੇਂ ਤੋਂ, ਉਦੋਂ ਉਹਨਾਂ ਨੂੰ ਫੜਨ ਦੀਆਂ ਕੋਸ਼ਿਸ਼ਾਂ ਜਾਰੀ ਸਨ ਪੁਲਿਸ ਵੱਲੋਂ, ਅਰੈਸਟ ਨਹੀਂ ਹੋਏ। ਇਹਦਾ ਮਤਲਬ ਮੁੱਖ ਕਾਰਨ ਇਹ ਹੈ ਕਿ ਉਹਨਾਂ ਨੇ ਬੇਲ ਲਈ ਹੋਈ ਐਂਟੀਸਿਪੇਟਰੀ। ਤਾਂ ਇਹਦੇ ਵਿੱਚ ਕੋਈ ਟਾਈਮ ਪੀਰੀਅਡ ਹੁੰਦਾ ਕਿੰਨੇ ਚਿਰ ਬਾਅਦ, ਜਿਵੇਂ ਹੁਣ ਕਿ ਦੁਬਾਰਾ ਫੇਰ ਇਸੇ ਮਾਮਲੇ 'ਚ ਇੱਕ ਛਾਪਾਮਾਰੀ ਹੋ ਰਹੀ ਹੈ ਵਿਜੀਲੈਂਸ ਵੱਲੋਂ? ਨਹੀਂ, ਜਿਹੜੀ ਐਂਟੀਸਿਪੇਟਰੀ ਬੇਲ ਅਜੇ ਤੱਕ ਦੇ ਜਿਹੜਾ ਹੈ ਜੋ ਵੇਰਵੇ ਉਪਲਬਧ ਨੇ ਉਹਨਾਂ ਵਿੱਚ ਅਜੇ ਐਂਟੀਸਿਪੇਟਰੀ ਬੇਲ ਕੋਈ ਲੱਗੀ ਨਹੀਂ ਹੈ, ਨਾ ਟ੍ਰਾਇਲ ਕੋਰਟ ਦੇ ਵਿੱਚ ਜੀ ਕੰਪੀਟੈਂਟ ਜੁਰਿਸਡਿਕਸ਼ਨ ਦੀ ਔਰ ਨਾ ਹੀ ਹਾਈ ਕੋਰਟ ਦੇ ਵਿੱਚ ਜੀ। तो ਪੋਸੀਬਲੀ ਉਹ ਆਪਣੇ ਐਡਵੋਕੇਟਸ ਕੋਲੇ ਆਪਸ਼ਨ ਐਕਸਰਸਾਈਜ਼ ਕਰਨਗੇ ਜੀ, ਹੋ ਸਕਦੀ ਹੈ ਜੇ ਉਹ ਚਾਹਣਗੇ ਤਾਂ ਇਹ ਜੀ।
ਐਡਵੋਕੇਟ ਜਿਸ ਤਰੀਕੇ ਨਾਲ ਪੰਜਾਬ ਵਿਜੀਲੈਂਸ ਟੀਮ ਵੱਲੋਂ ਉਹਨਾਂ ਦੇ ਘਰ ਦਾ ਘਰਾਓ ਕੀਤਾ ਜਾ ਰਿਹਾ ਸੀ, ਉਹਨਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਸੀਗਾ। ਜਿਸ ਤਰੀਕੇ ਵਕੀਲ ਸਾਹਿਬ ਨੇ ਇਹ ਗੱਲ ਉੱਥੇ ਕਹੀ, ਉਹਨਾਂ ਦੇ ਜਿਹੜੇ ਵਕੀਲ ਸੀਗੇ ਉਹਨਾਂ ਨੇ ਇਹ ਕਿਹਾ ਸੀਗਾ ਵੀ ਤੁਹਾਡੇ ਕੋਲ ਕੀ ਇਖਤਿਆਰ ਹੈਗੇ ਕਿ ਤੁਸੀਂ ਸਾਨੂੰ ਰੋਕੋ, ਹਾਲਾਂਕਿ ਉਹਨਾਂ ਦੀ ਨਿੱਜੀ ਸੰਪਤੀ ਆ। ਤਾਂ ਕੀ ਇਸ ਮਾਮਲੇ ਵਾਸਤੇ ਵਕੀਲਾਂ ਕੋਲ ਵੀ ਇਖਤਿਆਰ ਹੁੰਦੇ ਆ? ਜਿਹੜਾ ਅਕਿਊਜ਼ਡ ਹੈਗਾ ਜੀ, ਉਹ ਉਹਨਾਂ ਦੇ ਕੋਲੇ ਅੰਡਰ ਕੋਡ ਆਫ ਕ੍ਰਿਮੀਨਲ ਪ੍ਰੋਸੀਜਰ ਔਰ ਅਦਰਵਾਈਜ਼ ਕਨਸਟੀਟਿਊਸ਼ਨਲ ਪ੍ਰੋਵੀਜ਼ਨਸ ਨੇ ਕਿ ਉਹ ਆਪਣੀ ਮਰਜ਼ੀ ਦਾ ਵਕੀਲ ਕਰ ਸਕਦਾ। ਈਵਨ ਡਿਊਰਿੰਗ ਇਨਵੈਸਟੀਗੇਸ਼ਨ ਜਦੋਂ ਕੋਈ ਬੰਦਾ ਮੰਨ ਲਓ ਅਰੈਸਟ ਵੀ ਹੋ ਜਾਂਦਾ ਤਾਂ ਡਿਊਰਿੰਗ ਇਨਵੈਸਟੀਗੇਸ਼ਨ ਵੀ ਕੁਝ ਸਮੇਂ ਦੇ ਲਈ ਉਹਨਾਂ ਦਾ ਵਕੀਲ, ਉਹਨਾਂ ਦੀ ਪ੍ਰੈਜ਼ੈਂਸ ਉੱਥੇ ਹੋ ਸਕਦੀ ਹੈ ਜੀ। ਇਹ ਲਾਅ ਜਿਹੜਾ ਹੈਗਾ ਪ੍ਰੋਵਾਈਡ ਕਰਦਾ ਜੀ। ਇੱਕ IPS ਅਧਿਕਾਰੀ ਦੀ ਗੱਲ ਆਪਾਂ ਕਰਦੇ ਹਾਂ, ਉਸ ਤੇ CBI ਆਪਣਾ ਅਧਿਕਾਰ ਸਮਝਦੀ ਆ। ਦੂਸਰੇ ਪਾਸੇ ਇੱਕ ਹੋਰ CBI ਅਧਿਕਾਰੀ ਦੀ ਅਗਰ ਅਸੀਂ ਗੱਲ ਕਰਦੇ ਹਾਂ, ਸੁਮੇਧ ਸੈਣੀ ਹੋਰਾਂ ਦੀ ਗੱਲ ਕਰਦੇ ਹਾਂ, ਤੇ ਉਹਦੇ ਉੱਤੇ ਪੰਜਾਬ ਵਿਜੀਲੈਂਸ ਟੀਮ ਆਪਣਾ ਅਧਿਕਾਰ ਸਮਝਦੀ ਆ। ਇਹ ਅਜਿਹਾ ਕਿਉਂ ਹੈ? ਇਹ ਸਰ ਕੁਝ ਓਵਰਲੈਪ ਹੈਗਾ, ਕਿਉਂਕਿ ਚੰਡੀਗੜ੍ਹ ਜਿਹੜਾ ਹੈਗਾ ਇਹ ਇਕੱਲਾ UT ਨਹੀਂ ਹੈ, ਇਹ ਪੰਜਾਬ ਅਤੇ ਹਰਿਆਣੇ ਦੀ ਕੈਪੀਟਲ ਵੀ ਆ ਅੰਡਰ ਰੀਆਰਗਨਾਈਜੇਸ਼ਨ ਐਕਟ 1966। ਤੋਂ ਪੰਜਾਬ ਦੇ ਅਧਿਕਾਰੀ ਵੀ ਚੰਡੀਗੜ੍ਹ ਦੇ ਵਿੱਚ ਹੀ ਬੈਠਦੇ ਆ ਜੀ। ਪੰਜਾਬ ਦੇ ਆਫਿਸਿਸ ਨੇ, ਉਹ ਹਰਿਆਣੇ ਦੇ ਜਿਹੜੇ ਅਧਿਕਾਰੀ ਨੇ ਉਹ ਵੀ ਉਸ ਦੇ ਵਿੱਚ ਬੈਠਦੇ ਆ। ਤੋਂ ਦੂਜੇ ਪਾਸੇ ਇਹਨੂੰ ਸਪੈਸ਼ਲ ਸਟੇਟਸ UT ਦਾ ਦਿੱਤਾ ਹੋਇਆ ਜੀ। ਤਾਂ IPS ਜਿਹੜੇ ਹੈਗੇ ਆ ਉਹ ਭਾਰਤੀ ਜਿਹੜਾ ਹੈਗਾ ਉਸ ਲੈਵਲ ਦੇ ਕਾਡਰ ਦੇ ਅਧਿਕਾਰੀ ਹੁੰਦੇ ਆ ਜਿਨ੍ਹਾਂ ਨੂੰ ਸਟੇਟ ਕਾਡਰ ਮਿਲਿਆ ਹੋਇਆ। ਸਟੇਟ ਕਾਡਰ ਮਿਲਿਆ ਜੀ। ਤੋਂ ਇੱਕ ਕੇਸ ਪਹਿਲਾਂ ਆਇਆ ਸੀ ਗੁਰਿੰਦਰ ਸਿੰਘ ਢਿੱਲੋਂ ਜੀ ਦਾ, ਉਸ ਦੇ ਵਿੱਚ CBI ਨੇ ਕੇਸ ਰਜਿਸਟਰ ਕੀਤਾ ਸੀ ਉਹਨਾਂ ਦੇ ਖਿਲਾਫ ਜੀ। ਹੁਣ ਉਹਨਾਂ ਨੇ ਜੁਰਿਸਡਿਕਸ਼ਨ ਜਿਹੜੀ ਆ ਉਹ UT ਦੀ ਬਣਾਈ ਆ ਜਾਂ ਭਾਰਤੀ ਪ੍ਰਸ਼ਾਸਨਿਕ ਅਧਿਕਾਰੀ ਨੇ ਇਸ ਲੈਵਲ ਕਰਕੇ ਬਣਾਈ ਆ। ਤੇ ਉਸ ਤੋਂ ਬਾਅਦ ਪੰਜਾਬ ਦੇ ਜਿਹੜੇ ਵਿਜੀਲੈਂਸ ਆਫਿਸ ਹੈਗਾ ਇਹਨਾਂ ਨੇ ਵੀ ਬਹੁਤ ਸਾਰੇ ਕੇਸ ਚੰਡੀਗੜ੍ਹ ਦੇ ਵਿੱਚ ਟ੍ਰੈਕਿੰਗਸ ਦੇ ਕੀਤੇ ਆ। ਅੱਛਾ, ਇਹ ਜਿਹੜੇ ਗੁਰਿੰਦਰ ਸਿੰਘ ਢਿੱਲੋਂ ਦੀ ਗੱਲ ਮੈਂ ਤੁਹਾਡੀ ਗੱਲ ਟੋਕ ਰਿਹਾ ਕਿ ਗੁਰਿੰਦਰ ਸਿੰਘ ਢਿੱਲੋਂ ਜਿਹੜੇ ਨੇ ਇਹ ਵੀ IPS ਅਧਿਕਾਰੀ ਸੀ ਜੀ। ਇਹ IPS ਅਧਿਕਾਰੀ ਨੇ। ਤੇ ਜਦੋਂ ਇਹਨਾਂ ਦਾ ਮਸਲਾ ਆਇਆ ਸੀ ਉਦੋਂ ਫਿਰੋਜ਼ਪੁਰ ਦੇ ਵਿੱਚ ਉਹ IG ਜਿਹੜੇ ਸੀਗੇ ਤੈਨਾਤ ਸੀਗੇ ਜੀ। ਹੁਣ CBI ਜਿਹੜੀ ਹੈਗੀ ਆ ਉਹਦੇ ਵਿੱਚ ਜਿਹੜਾ ਉਹਨਾਂ ਦਾ ਜੁਰਿਸਡਿਕਸ਼ਨ ਦਾ ਘੇਰਾ ਹੈਗਾ ਤੇ ਪ੍ਰੀਵੈਂਸ਼ਨ ਆਫ ਕਰਪਸ਼ਨ ਐਕਟ ਆ ਜਿਹੜਾ ਜੀ, ਇਹਦੇ ਵਿੱਚ ਜਿਹੜੀ ਤੁਹਾਡਾ ਅਧਿਕਾਰ ਖੇਤਰ ਆ ਉਹ ਕਲਾਸਿਸ ਆਫ ਇੰਪਲਾਈਜ਼ ਦੇ ਆਧਾਰ ਦੇ ਉੱਤੇ ਆ ਜੀ। ਇਫ ਦੀ ਇੰਪਲਾਈਜ਼ ਆਫ ਦੀ ਸੈਂਟਰਲ ਗਵਰਨਮੈਂਟ ਤਾਂ CBI ਦੀ ਜੁਰਿਸਡਿਕਸ਼ਨ ਬਣਦੀ ਆ। ਇਫ ਦੀ ਇੰਪਲਾਈ ਜਿਹੜਾ ਹੈਗਾ ਉਹ ਪੰਜਾਬ ਗਵਰਨਮੈਂਟ ਦਾ ਤਾਂ ਫਿਰ ਜਿਹੜੀ ਹੈ ਪੰਜਾਬ ਗਵਰਨਮੈਂਟ ਦੀ ਜੁਰਿਸਡਿਕਸ਼ਨ ਬਣਦੀ ਆ। ਤੋਂ ਕੁਝ ਕੁ ਸਾਲਾਂ ਦੇ ਵਿੱਚ ਇਹ ਦੇਖਿਆ ਗਿਆ ਕਿ ਜੁਰਿਸਡਿਕਸ਼ਨ ਓਵਰਲੈਪ ਕੀਤੀ ਗਈ ਆ ਤੇ ਇਟ ਸ਼ੁੱਡ ਬੀ ਨੀਟਲੀ ਐਂਡ ਕਲੀਨਿਕਲੀ ਡਿਮਾਰਕੇਟਡ ਕਿ ਇਹ ਕਿਹਦਾ ਹੈਗਾ। ਦੇਖੋ ਪ੍ਰੀਵੈਂਸ਼ਨ ਆਫ ਕਰਪਸ਼ਨ ਐਕਟ ਦਾ ਸਿੱਧਾ ਕਹਿੰਦਾ ਕਿ ਕਲਾਸਿਸ ਆਫ ਇੰਪਲਾਈਜ਼ ਦੇ ਹਿਸਾਬ ਦੇ ਨਾਲ ਇਹ ਜੁਰਿਸਡਿਕਸ਼ਨ ਐਕਸਰਸਾਈਜ਼ ਹੋਣੀ ਚਾਹੀਦੀ ਹੈ ਜੀ। ਤੋਂ ਇਸ ਕੇਸ ਦੇ ਵਿੱਚ ਦੋ ਚੀਜ਼ਾਂ ਸਾਹਮਣੇ ਆ ਗਈਆਂ। ਇੱਕ IPS ਅਧਿਕਾਰੀ ਆ ਉਹ ਜਿਹੜਾ ਸੈਂਟਰਲ ਸਿਵਲ ਸਰਵਿਸਿਜ਼ ਦੇ ਹੈਗੇ ਆ ਉਹਨਾਂ ਦੇ ਉੱਤੇ ਪੰਜਾਬ ਸਟੇਟ ਜਿਹੜੀ ਆ ਆਪਣੀ ਜੁਰਿਸਡਿਕਸ਼ਨ ਐਕਸਰਸਾਈਜ਼ ਕਰਦੀ ਹੈ ਵੀ ਇਹ ਪੰਜਾਬ ਕਾਡਰ ਦੇ ਕਿਉਂਕਿ ਉਹ ਭਾਰਤ ਦੇ ਪ੍ਰਸ਼ਾਸਨਿਕ ਅਧਿਕਾਰੀ ਆ, ਉਸੇ ਸੇਵਾਵਾਂ ਦੇ ਅੰਡਰ ਆਉਂਦੇ ਆ। ਇਸ ਕਰਕੇ CBI ਗੁਰਿੰਦਰ ਸਿੰਘ ਢਿੱਲੋਂ ਦੇ ਕੇਸ ਦੇ ਵਿੱਚ ਆਪਣੀ ਜੁਰਿਸਡਿਕਸ਼ਨ ਐਕਸਰਸਾਈਜ਼ ਕਰਦੀ ਹੈ, ਪਾਵਰ ਐਕਸਰਸਾਈਜ਼ ਕਰਦੀ ਹੈ। ਸੋ ਦਿਸ ਇਜ਼ ਦੀ ਓਵਰਲੈਪਿੰਗ ਆਫ ਪਾਵਰ ਐਂਡ ਇਟ ਸ਼ੁੱਡ ਬੀ ਕਲੀਨਿਕਲੀ ਡਿਮਾਰਕੇਟਡ ਬਾਈ ਦੀ ਹਾਇਰ ਜੁਡੀਸ਼ਰੀ। ਇਹ ਜਿਹੜਾ ਹੈ ਮੁੱਦਾ ਇਹ ਕਿਸ ਤਰ੍ਹਾਂ ਨਾਲ ਸੌਰਟ ਆਊਟ ਹੋਏ ਜੀ। ਭਾਰਤੀ ਸੰਵਿਧਾਨ ਦੀ ਇੱਥੇ ਗੱਲ ਕਰ ਲੈਂਦੇ। ਬਹੁਤ ਵਾਰੀ ਮੁੱਦੇ ਇਦਾਂ ਦੇ ਹੁੰਦੇ ਆ ਕਿ ਭਾਰਤੀ ਸੰਵਿਧਾਨ ਦੇ ਵਿੱਚ ਕਾਫੀ ਸਾਰੀਆਂ ਕੇਸ ਸਾਡੇ ਸਾਹਮਣੇ ਇਹੋ ਜਿਹੇ ਨੇ ਕਿ ਇੱਕ ਕੇਸ ਦੇ ਉੱਤੇ ਸੰਵਿਧਾਨ ਵੀ ਉਹੀ ਆ, ਕਾਨੂੰਨ ਵੀ ਉਹੀ ਆ, ਰੂਲ ਐਂਡ ਰੈਗੂਲੇਸ਼ਨ ਵੀ ਉਹੀ ਆ, ਬਟ ਕੀ ਹੁੰਦਾ ਕਿ ਵੱਖ-ਵੱਖ ਕਿਉਂ ਫਿਰ ਆ? ਇੱਕ ਤੇ ਉਹੀ ਕੁਝ ਹੋਰ ਤਰੀਕੇ ਨਾਲ ਚਲਾਏ ਜਾ ਰਹੇ, ਦੂਜੇ ਤੇ ਹੋਰ ਤਰੀਕੇ ਨਾਲ ਚਲਾ ਰਹੇ। ਇਸ ਬਾਰੇ ਕੀ ਕਹਿਣਾ ਚਾਹੋਗੇ? ਇਹਦੇ ਵਿੱਚ ਸਾਰੇ ਇਸ ਤਰ੍ਹਾਂ ਹੈਗਾ ਕਿ ਜਿਹੜੇ ਅਧਿਕਾਰੀ ਆ, ਜਿਹੜਾ ਆਫਿਸ ਹੈਗਾ, ਚਾਹੇ ਉਹ CBI ਆਫਿਸ ਆ ਚਾਹੇ ਕੋਈ ਹੋਰ ਆਫਿਸ ਆ, ਉਹ ਉਸੇ ਲਾਅ ਨੂੰ ਉਸ ਫੈਕਟਸ ਦੇ ਉੱਤੇ, ਗਿਵਨ ਫੈਕਟਸ ਦੇ ਉੱਤੇ ਐਪਲੀਕੇਸ਼ਨ ਕਿਸ ਤਰ੍ਹਾਂ ਕਰਦੇ ਆ ਜੀ। ਕਈ ਦਫਾ ਅਸੀਂ ਤਾਂ ਇਹ ਸਮਝਦੇ ਆ ਕਿ ਐਪਲੀਕੇਸ਼ਨ ਨਹੀਂ ਬਣਦੀ। ਕਈ ਅਧਿਕਾਰੀ ਜਿਹੜੇ ਕਹਿੰਦੇ ਆ ਕਿ ਐਪਲੀਕੇਸ਼ਨ ਬਣਦੀ ਹੈ। ਦਿਸ ਇਜ਼ ਦੀ ਇਸ਼ੂ ਇਨ ਰਿਗਾਰਡ ਟੂ ਦੀ ਐਪਲੀਕੇਸ਼ਨ ਆਫ ਦੀ ਲਾਅ ਜੀ। ਤਾਂ ਕਈ ਦਫਾ ਇਹ ਗਲਤੀ ਵੀ ਹੋ ਜਾਂਦੀ ਆ। ਇਹ ਤਾਂ ਇਟ ਵਿਲ ਬੀ ਡਿਸਾਈਡਡ ਬਾਈ ਦੀ ਕੋਰਟ, ਕਿਉਂਕਿ ਕੋਰਟ ਨੇ ਇੰਟਰਪ੍ਰੀਟ ਕਰਨਾ ਕਿ ਕਿਹਦੀ ਜੁਰਿਸਡਿਕਸ਼ਨ ਬਣਦੀ ਜੀ। ਬਿਲਕੁਲ। ਇੱਥੇ ਹੁਣ ਸੁਮੇਧ ਸੈਣੀ ਵਾਲੇ ਮਾਮਲੇ ਤਾਂ ਆਪਾਂ ਗੱਲ ਕਰਦੇ ਹਾਂ ਕਿ ਚਲਾਨ ਪੇਸ਼ ਕੀਤਾ ਜਾਂਦਾ, ਤਾਂ ਚਲਾਨ ਪੇਸ਼ ਕੀਤਾ ਜਾਂਦਾ ਹੈ। ਇਸ ਚਲਾਨ ਦੇ ਬਾਰੇ ਰਾਜ ਸਰਕਾਰ ਦਾ ਇਹਦੇ ਵਿੱਚ ਜਿਹੜਾ ਆ ਉਹਦੀ ਪ੍ਰਵਾਨਗੀ ਦੀ ਅਗਰ ਗੱਲ ਕਰ ਲਈ ਜਾਵੇ ਤਾਂ ਕੀ ਪ੍ਰਵਾਨਗੀ ਲਈ ਜਾਂਦੀ ਆ ਜਾਂ ਫਿਰ ਸੈਂਟਰ ਵੱਲੋਂ ਕੋਈ ਇੰਸਟਰਕਸ਼ਨ ਹੁੰਦੀਆਂ ਇਸ ਮਾਮਲੇ 'ਚ? ਇਸ ਤਰ੍ਹਾਂ ਹੈਗਾ ਸਰ, ਜਿਹੜਾ ਪ੍ਰੀਵੈਂਸ਼ਨ ਆਫ ਕਰਪਸ਼ਨ ਐਕਟ 1980 ਹੈ ਉਹਦੀ ਜਿਹੜੀ ਸੈਕਸ਼ਨ 19 ਆ ਉਸ ਦੇ ਵਿੱਚ ਦਰਸਾਇਆ ਗਿਆ ਕਿ ਜਦੋਂ ਵੀ ਕੋਈ ਇਨਵੈਸਟੀਗੇਸ਼ਨ ਮੁਕੰਮਲ ਕਰਕੇ ਕੋਰਟ ਦੇ ਅੱਗੇ ਪੇਸ਼ ਕਰਦੀ ਆ ਤਾਂ ਸਭ ਤੋਂ ਪਹਿਲਾਂ ਜਿਹੜੀ ਸਟੇਟ ਦਾ ਉਹ ਇੰਪਲਾਈ ਹੈਗਾ ਉਸ ਸਟੇਟ ਨੇ ਪ੍ਰੋਸੀਕਿਊਸ਼ਨ ਸੈਂਕਸ਼ਨ ਦੇਣੀ ਆ ਕਿ ਤੁਸੀਂ ਇਸ ਨੂੰ ਕੋਰਟ ਦੇ ਵਿੱਚ ਲਿਜਾ ਸਕਦੇ ਹੋ ਜੀ। ਅਗਰ ਉਹ ਸੈਂਕਸ਼ਨ ਨਹੀਂ ਦਿੰਦੀ ਤਾਂ ਕੋਰਟ ਉਸ ਚਲਾਨ ਨੂੰ ਐਂਟਰਟੇਨ ਨਹੀਂ ਕਰਦੀ। ਦੋ ਚੀਜ਼ਾਂ ਹੈਗੀਆਂ, ਇੱਕ ਹੈ ਐਬਸੈਂਸ ਆਫ ਪ੍ਰੋਸੀਕਿਊਸ਼ਨ ਸੈਂਕਸ਼ਨ, ਦੂਸਰਾ ਹੈ ਇਨਵੈਲਿਡ ਪ੍ਰੋਸੀਕਿਊਸ਼ਨ ਸੈਂਕਸ਼ਨ। ਕਈ ਵਾਰੀ ਕੀ ਹੁੰਦਾ ਜਦੋਂ ਸੈਂਕਸ਼ਨ ਆ ਜਾਂਦੀ ਹੈ ਤਾਂ ਅਸੀਂ ਉਹਨੂੰ ਚੈਲੰਜ ਕਰਦੇ ਹਾਂ ਕਿ ਸੈਂਕਸ਼ਨ ਪ੍ਰੋਪਰ ਨਹੀਂ ਹੈ, ਦਿਸ ਇਜ਼ ਇੰਪ੍ਰੋਪਰ ਕਾਈਂਡ ਆਫ ਪ੍ਰੋਸੀਕਿਊਸ਼ਨ ਸੈਂਕਸ਼ਨ। ਉਹ ਇੱਕ ਅਲੱਗ ਇਸ਼ੂ ਆ। ਜੇ ਸੈਂਕਸ਼ਨ ਦਿੰਦੇ ਹੀ ਨਹੀਂ ਹੈ ਤਾਂ ਫਿਰ ਇੱਕ ਅਲੱਗ ਇਸ਼ੂ ਆ। ਇਸ ਕੇਸ ਦੇ ਵਿੱਚ ਇੱਕ ਹੋਰ ਇਸ਼ੂ ਜਿਹੜਾ ਹੈ ਉਹ ਕ੍ਰੌਪ ਅਪ ਹੋ ਸਕਦਾ ਜੀ
ਕਿ ਜਿਹੜਾ EMPLOYE ਇਨ ਸਰਵਿਸ ਆ ਉਹਦੇ ਲਈ ਤਾਂ ਸੈਕਸ਼ਨ 19 ਐਪਲੀਕੇਬਲ ਆ ਜੀ। ਹੁਣ ਇਸ ਕੇਸ ਦੇ ਵਿੱਚ ਸਰਦਾਰ ਜਿਹੜੇ ਸਮੇਤ ਸਿੰਘ ਸੈਣੀ ਜੀ ਆ ਉਹ ਇਸ ਵੇਲੇ ਇਨ ਸਰਵਿਸ ਨਹੀਂ ਹੈ। ਹਾਂ, ਸਰਵਿਸ ਨਹੀਂ। ਤਾਂ ਇਸ ਸੰਬੰਧ ਦੇ ਵਿੱਚ ਜਿਹੜੀਆਂ ਕੋਰਟਸ ਦੀਆਂ ਹੁਣ ਤੱਕ ਦੀਆਂ ਫਾਈਂਡਿੰਗਸ ਨੇ ਉਹਨਾਂ ਦਾ ਤਾਂ ਭਾਵ ਇਹ ਹੈਗਾ ਕਿ ਜਿਹੜਾ ਇਨ ਸਰਵਿਸ EMPLOYE ਨਹੀਂ ਹੈ ਉਹਦੇ ਲਈ ਪ੍ਰੋਸੀਕਿਊਸ਼ਨ ਸੈਂਕਸ਼ਨ ਦੀ ਲੋੜ ਨਹੀਂ ਹੈ। ਤਾਂ ਬਿਨਾਂ ਪ੍ਰੋਸੀਕਿਊਸ਼ਨ ਸੈਂਕਸ਼ਨ ਤੇ ਤੁਸੀਂ ਆਪਣੀ ਇਨਵੈਸਟੀਗੇਸ਼ਨ ਰਿਪੋਰਟ ਕੋਰਟ ਦੇ ਵਿੱਚ ਪੇਸ਼ ਕਰ ਸਕਦੇ ਹੋ। ਲੇਕਿਨ ਇਹਦੇ ਵਿੱਚ ਇੱਕ ਇਨਹੈਰੈਂਟ ਇੰਪਲੀਸਿਟ ਮੁੱਦਾ ਇੱਕ ਹੋਰ ਵੀ ਹੈ ਕਿ ਮੰਨ ਲਓ ਇੱਕ ਬੰਦਾ EMPLOYE ਜਿਹੜਾ ਰਿਟਾਇਰ ਹੋ ਗਿਆ, ਪਰ ਜਿਹੜਾ ਮੁੱਦਾ ਉਸ ਨਾਲ ਸੰਬੰਧਿਤ ਆ ਉਸ ਸਮੇਂ ਉਹ ਇਨ ਸਰਵਿਸ ਸੀ। ਬਿਲਕੁਲ। ਤੋ ਜਿਹੜਾ ਮੁੱਦਾ ਇਨ ਸਰਵਿਸ ਪੀਰੀਅਡ ਦਾ ਜੀ, ਕੀ ਉਹਦੇ ਲਈ ਪ੍ਰੋਸੀਕਿਊਸ਼ਨ ਸੈਂਕਸ਼ਨ ਚਾਹੀਦੀ ਹੈ ਜਾਂ ਨਹੀਂ ਚਾਹੀਦੀ। ਕੁਐਸਚਨ ਰਿਟਾਇਰਮੈਂਟ ਜਾਂ ਨਾਨ ਰਿਟਾਇਰਮੈਂਟ ਦਾ ਇੱਕ ਪੱਖ ਆ, ਬਿਲਕੁਲ। ਲੇਕਿਨ ਜਿਹੜਾ ਪੁਆਇੰਟ ਜਿਸ ਪੁਆਇੰਟ ਦੇ ਉੱਤੇ ਕੇਸ ਰਜਿਸਟਰ ਕੀਤਾ ਗਿਆ, ਅਗਰ ਉਸ ਦਾ ਸੰਬੰਧ ਇਨ ਸਰਵਿਸ ਪੀਰੀਅਡ ਦੇ ਨਾਲ ਆ, ਦੈਨ ਉਸ ਸਿਚੁਏਸ਼ਨ ਦੇ ਵਿੱਚ ਪ੍ਰੋਸੀਕਿਊਸ਼ਨ ਸੈਂਕਸ਼ਨ ਚਾਹੀਦੀ ਹੈ ਕਿ ਨਹੀਂ ਚਾਹੀਦੀ, ਦਿਸ ਇਜ਼ ਦੀ ਇਸ਼ੂ ਟੂ ਬੀ ਡਿਸਾਈਡਡ ਬਾਈ ਦੀ ਜੁਡੀਸ਼ਰੀ। ਇਹ ਇਸ਼ੂ ਅਜੇ ਤੱਕ ਡਿਸਾਈਡ ਹੋਇਆ ਨਹੀਂ, ਪਰ ਇਹ ਇਸ਼ੂ ਡਿਸਾਈਡ ਹੋਇਆ ਸਿਰਫ ਰਿਟਾਇਰਮੈਂਟ ਔਰ ਇਨ ਸਰਵਿਸ ਦੇ ਪ੍ਰਸੰਗ 'ਚ। ਬਿਲਕੁਲ। ਲੇਕਿਨ ਸਬਜੈਕਟ ਮੈਟਰ ਇਨ ਸਰਵਿਸ ਪੀਰੀਅਡ ਦਾ ਫੇਰ ਚਾਹੀਦੀ ਹੈ ਕਿ ਨਹੀਂ ਚਾਹੀਦੀ, ਇਹ ਜਿਹੜਾ ਹੈਗਾ ਮੁੱਦਾ ਇਹ ਥੋੜਾ ਜਿਹਾ ਜੁਡੀਸ਼ਰੀ ਦੇ ਲੈਵਲ ਤੇ, ਹਾਈ ਜੁਡੀਸ਼ਰੀ ਦੇ ਲੈਵਲ ਤੇ ਡਿਸਾਈਡ ਹੋਊਗਾ। ਬਿਲਕੁਲ। ਇਹ ਹੁਣ ਮਾਮਲਾ ਜਿਹੜਾ ਆ ਇਹ ਕਾਫੀ ਉਲਝਦਾ ਜਾ ਰਿਹਾ, ਹਾਲੇ ਤੱਕ ਕੋਈ ਹੱਲ ਨਹੀਂ ਨਿਕਲ ਸਕਿਆ। ਇੱਕ ਪਾਸੇ ਅਸੀਂ ਐਂਟੀਸਪੇਟਰੀ ਬੇਲ ਦੀ ਗੱਲ ਕਰਦੇ ਹਾਂ, ਦੂਸਰੇ ਪਾਸੇ ਮੁੱਦੇ ਕਾਫੀ ਨੇ। ਇਹਨਾਂ ਦਿਨਾਂ ਦੇ ਵਿੱਚ ਜਿਹੜਾ ਹੁਣ ਪੰਜਾਬ ਵਿਜੀਲੈਂਸ ਟੀਮ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਆ, ਇਸ ਨੂੰ ਆਧਾਰ ਕੁਛ ਜਾਇਦਾਦ ਨੂੰ ਬਣਾਇਆ ਜਾ ਰਿਹਾ ਹੈਗਾ ਤੇ ਇਸ ਤਰੀਕੇ ਨਾਲ ਮੰਨ ਕੇ ਚਲੋ ਕੇਸ ਚੱਲਦਾ ਹੈਗਾ, ਕਿਉਂਕਿ ਹੁਣ ਤਾਂ ਉਹ ਬਤੌਰ ਸਰਵਿਸ ਤੋਂ ਰਿਟਾਇਰ ਹੋ ਚੁੱਕੇ ਆ ਤੇ ਇਸ ਤੋਂ ਬਾਅਦ ਵੀ ਅਗਰ ਕੈਪਚਰ ਕਰਨੀ ਹੋਵੇ ਵਿਜੀਲੈਂਸ ਟੀਮ ਨੇ ਜਾਂ ਫਿਰ ਸਰਕਾਰ ਨੇ ਇਖਤਿਆਰ 'ਚ ਲੈਣੀ ਹੋਵੇ ਜਿਸ ਤਰੀਕੇ ਵਿਵਾਦ ਚੱਲਦਾ, ਤਾਂ ਕੀ ਇਹ ਹੋ ਸਕਦਾ? ਉਹਦੇ ਵਿੱਚ ਸਾਰੇ ਇਸ ਤਰ੍ਹਾਂ ਹੈਗਾ, ਕੋਈ ਵੀ ਸਰਕਾਰੀ ਮੁਲਾਜ਼ਮ ਆ ਜਿਹੜਾ ਗਰੁੱਪ A, ਗਰੁੱਪ B ਜਾਂ ਪੁਰਾਣੀ ਜਿਹੜੀ ਕੈਟੇਗਰੀ ਹੈ ਗਸਟਡ ਸਟੇਟਸ 1 ਐਂਡ ਗਸਟਡ ਸਟੇਟਸ 2, ਇਹ ਜਿਹੜੇ ਅਧਿਕਾਰੀ ਨੇ ਇਹਨਾਂ ਦੇ ਉੱਤੇ ਜਿਹੜੇ ਕੰਡਕਟ ਰੂਲਸ ਲਾਗੂ ਹੁੰਦੇ ਆ, ਸੈਂਟਰਲ ਗਵਰਨਮੈਂਟ ਦੇ ਜਿਹੜੇ ਰੂਲ ਨੇ 1964 ਦੇ, ਉਹਦੀ ਸੈਕਸ਼ਨ 18 ਇਹ ਕਹਿੰਦੀ ਹੈ ਕਿ ਜਦੋਂ ਬੰਦਾ ਸਰਵਿਸ ਜੁਆਇਨ ਕਰਦਾ ਜੀ, ਉਸ ਤੋਂ ਪਹਿਲਾਂ ਉਹਦੇ ਜਿਹੜੇ ਸਾਰੇ ਐਸੈਟਸ ਨੇ ਜਾਂ ਉਹਦੇ ਫੈਮਿਲੀ ਮੈਂਬਰਸ ਦੇ ਜਿਹੜੇ ਐਸੈਟਸ ਨੇ ਉਹਦਾ ਰਿਕਾਰਡ ਲਓ ਤੁਸੀਂ। ਉਸ ਤੋਂ ਬਾਅਦ ਗਰੁੱਪ A ਸਰਵਿਸਿਜ਼ ਦੇ ਜਾਂ ਗਸਟਡ 1 ਸਰਵਿਸਿਜ਼ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਨੇ ਹਰ ਸਾਲ ਆਪਣੀ ਜਿਹੜੀ ਆ ਪ੍ਰਾਪਰਟੀ ਰਿਟਰਨ ਜਿਹੜੀ ਆ ਉਹ ਮੂਵੇਬਲ, ਇਮੂਵੇਬਲ ਸਾਰੀ ਰਿਟਰਨ ਜਿਹੜੀ ਆ ਤੁਸੀਂ ਭਰਨੀ ਆ। ਉਹਦੇ ਵਿੱਚ ਸ਼ੇਅਰਸ ਵੀ ਆ, ਡਿਵੈਂਚਰਸ ਵੀ ਆ, ਉਹਦੇ ਵਿੱਚ ਤੁਹਾਡੇ ਲੋਨਸ ਵੀ ਆ, ਤੁਸੀਂ ਕਿੰਨੇ ਲੋਨ ਲਏ ਆ, ਉਹ ਇੱਕ ਬੜੀ ਕੰਪਰੀਹੈਂਸਿਵ ਅਕਾਊਂਟ ਆ, ਉਹ ਹਰ ਸਾਲ ਬੰਦੇ ਨੇ ਆਪਣਾ ਭਰਨਾ ਹੁੰਦਾ ਜੀ। ਹੁਣ ਕੁਐਸਚਨ ਇਹਦੇ ਵਿੱਚ ਇਹ ਹੁੰਦਾ, ਜਦੋਂ ਤੁਸੀਂ ਡਿਸਪ੍ਰੋਪੋਰਸ਼ਨੇਟ ਐਸੈਟਸ ਜਿਹੜੇ ਆ ਸਟੱਡੀ ਕਰਦੇ ਹੋ ਤਾਂ ਉਹਦੇ ਵਿੱਚ ਜਿਹੜੀਆਂ ਤੁਹਾਡੀਆਂ ਇੰਨੇ ਸਾਲਾਂ ਦੀਆਂ ਰਿਟਰਨਸ ਨੇ ਜੀ, ਉਹਨਾਂ ਦੇ ਪ੍ਰਸੰਗ ਦੇ ਵਿੱਚ ਦੇਖਿਆ ਜਾਂਦਾ ਕਿ ਜਿਹੜੀ ਐਕਚੁਅਲੀ ਮਟੀਰੀਅਲੀ ਗਰਾਊਂਡ ਦੇ ਉੱਤੇ ਮੂਵੇਬਲ, ਇਮੂਵੇਬਲ ਪ੍ਰਾਪਰਟੀ ਆ ਉਹਦੇ ਨਾਲ ਥੋੜਾ ਮੈਚ ਕਰਦੀ ਹੈ ਕਿ ਨਹੀਂ ਕਰਦੀ ਜੀ। ਉਸ ਤੋਂ ਬਾਅਦ ਮੰਨ ਲਓ ਜਦੋਂ ਇਨਵੈਸਟੀਗੇਸ਼ਨ ਹੁੰਦੀ ਆ ਤਾਂ ਉਹ ਜਿਹੜੀ ਤੁਹਾਡੀ ਪ੍ਰਾਪਰਟੀ ਰਿਟਰਨਸ ਭਰੀਆਂ ਹੋਈਆਂ ਨੇ ਜਾਂ ਤੁਹਾਡੇ ਜਿਹੜੇ ਐਸੈਟਸ ਨੇ ਜਾਂ ਜਿਹੜੇ ਤੁਹਾਡੇ ਸੰਪਤੀ ਸਰੋਤ ਨੇ, ਉਹਨਾਂ ਨੂੰ ਤੁਸੀਂ ਥੋੜਾ ਜਸਟੀਫਾਈ ਵੀ ਕਰ ਸਕਦੇ ਹੋ ਕਿ ਇਹ ਚੀਜ਼ ਜਿਹੜੀ ਆ ਮੇਰੀ ਇਸ ਥਾਂ ਦੇ ਉੱਤੋਂ ਆਈ ਹੋਈ। ਬਹੁਤ ਸਾਰੀਆਂ ਚੀਜ਼ਾਂ ਐਸੀਆਂ ਵੀ ਹੁੰਦੀਆਂ ਜਿਹੜੇ ਛੋਟੇ ਛੋਟੇ ਬਿੱਲ ਨੇ, ਮੰਨ ਲਓ ਤੁਸੀਂ ਹਰ ਚੀਜ਼ ਜਿਹੜੀ ਉਹ ਮੇਨਟੇਨ ਵੀ ਨਹੀਂ ਕਰਦੇ। ਹੁਣ ਮੰਨ ਲਓ ਅਸੀਂ ਦੁੱਧ ਲੈਣੇ ਆ, ਦੁੱਧ ਇੰਨੇ ਸਾਲਾਂ ਦੇ ਲੈਂਦੇ ਆ ਰਹੇ, ਉਹ ਦੁੱਧ ਅਗਲਾ ਪਾ ਜਾਂਦਾ, ਪੈਸੇ ਲੈ ਜਾਂਦਾ, ਨਾ ਉਹ ਕਦੇ ਕੋਈ ਰਸੀਦ ਦਿੰਦਾ ਨਾ ਉਹ ਕਰਦਾ। ਇਸ ਤਰ੍ਹਾਂ ਦੀਆਂ ਬਹੁਤ ਸਾਰੇ ਐਕਸਪੈਂਡੀਚਰ ਜਿਹੜੇ ਨੇ ਨਾ ਉਹ ਸਾਡੇ ਅਸੀਂ ਕੋਈ ਵੀ ਬੰਦਾ ਜਿਹੜਾ ਹੈਗਾ ਰੂਟੀਨ ਦੇ, ਜਾਂ ਅਸੀਂ ਕਿਸੇ ਦੁਕਾਨ ਤੋਂ ਕੋਈ ਛੋਟੀ ਮੋਟੀ ਚੀਜ਼ ਲੈਣ ਜਾਂਦੇ ਆ, ਨਾ ਉਹ ਕੋਈ ਬਿੱਲ ਮੰਗਦੇ ਆ ਨਾ ਉਹ ਕੋਈ ਦਿੰਦਾ। ਸੋ ਇਸ ਤਰ੍ਹਾਂ ਦੇ ਬਹੁਤ ਬਰੀਕ ਵੇਰਵੇ ਦਾ ਕਿਸੇ ਕੋਲੇ ਸ਼ਾਇਦ ਅਵੇਲੇਬਲ ਨਾ ਹੋਣ, ਲੇਕਿਨ ਜਿਹੜੇ ਉਹਦੇ ਵੱਡੀਆਂ ਸੰਪਤੀਆਂ ਦੇ ਵੇਰਵੇ ਆ ਉਹਨਾਂ ਦੀ ਤਾਂ ਰਜਿਸਟਰੀਆਂ ਹੋਈਆਂ ਹੁੰਦੀਆਂ ਨੇ, ਬਿਲਕੁਲ, ਜਾਂ ਕਾਰਾਂ ਦੀਆਂ ਰਜਿਸਟਰੀਆਂ ਹੋਈਆਂ ਹੁੰਦੀਆਂ ਤਾਂ ਅਵੇਲੇਬਲ ਹੁੰਦੀਆਂ ਜੀ। ਤਾਂ ਉਹਦੇ ਨਾਲ ਮੈਚ ਕਰਕੇ ਦੇਖਿਆ ਜਾਏਗਾ। ਮੈਚ ਕਰਨ ਤੋਂ ਬਾਅਦ ਅਗਰ ਪ੍ਰਾਈਮਾ ਫੇਸੀ ਐਵੀਡੈਂਸ ਲੱਗਦਾ ਹੈ ਸਟੇਟ ਅਥਾਰਟੀਜ਼ ਨੂੰ ਜਾਂ ਸੈਂਟਰਲ ਗਵਰਨਮੈਂਟ ਦੀਆਂ ਅਥਾਰਟੀਜ਼ ਨੂੰ ਜਾਂ ਇਨਵੈਸਟੀਗੇਸ਼ਨ ਏਜੰਸੀ CBI ਹੈ ਜਾਂ ਕੋਈ ਹੋਰ ਆ ਕਿ ਇਹਦੇ ਵਿੱਚ ਕੁਝ ਡਿਸਪ੍ਰੋਪੋਰਸ਼ਨੇਟ ਲੱਗਦਾ, ਉਸ ਪ੍ਰਾਈਮਾ ਫੇਸੀ ਐਵੀਡੈਂਸ ਦੇ ਉੱਤੇ FIR ਜਿਹੜੀ ਆ ਅੰਡਰ ਸੈਕਸ਼ਨ 154 ਹੁੰਦੀ ਆ। ਤੇ ਉਸ ਤੋਂ ਬਾਅਦ ਜਿਹੜਾ ਹੈਗਾ ਇਨਵੈਸਟੀਗੇਸ਼ਨ ਦੇ ਦੌਰਾਨ ਸਮਨ ਕਰਦੇ ਆ, ਜਸਟੀਫਿਕੇਸ਼ਨ ਮੰਗਦੇ ਆ, ਤੇ ਅਗਰ ਜਸਟੀਫਿਕੇਸ਼ਨ ਹੋ ਜਾਂਦੀ ਆ ਉਹ ਕੇਸ ਅੱਗੇ ਨਹੀਂ ਜਾਂਦਾ ਜੀ। ਬਿਲਕੁਲ। ਜੇ ਜਸਟੀਫਿਕੇਸ਼ਨ ਨਹੀਂ ਹੁੰਦੀ ਫਿਰ ਇਨਵੈਸਟੀਗੇਸ਼ਨ ਰਿਪੋਰਟ ਦੇ ਵਿੱਚ ਆਪਣਾ ਪੱਖ ਪੇਸ਼ ਕਰਕੇ ਕੋਰਟ 'ਚ ਕਰਦੇ ਆ ਜੀ ਪੇਸ਼। ਤਾਂ ਇੱਥੇ ਜੇ ਆਪਾਂ ਇਹ ਗੱਲ ਕਰ ਲਈ ਜਾਵੇ, ਮੰਨ ਕੇ ਚੱਲੋ ਹੁਣ ਇੱਕ ਸਾਬਕਾ ਅਧਿਕਾਰੀ ਉੱਤੇ ਕੇਸ ਚੱਲਦਾ, ਔਨ ਡਿਊਟੀ ਉਹਦੇ ਨਾਲ ਜਿਹੜੇ ਮਸਲੇ ਬਣੇ ਆ ਉਹਨਾਂ ਨੂੰ ਉਸ ਤੋਂ ਬਾਅਦ ਤੱਕ ਉਸ ਨੂੰ ਕੇਸ ਦੇ ਰੂਪ ਵਿੱਚ ਚਲਾਇਆ ਜਾਂਦਾ, ਤਾਂ ਕੀ ਭਾਰਤੀ ਇੰਡੀਅਨ ਪੀਨਲ ਕੋਡ ਦੇ ਵਿੱਚ ਇਹ ਜ਼ਰੂਰੀ ਕੀਤਾ ਹੋਇਆ ਕਿ ਉਸ ਤੋਂ ਬਾਅਦ ਵੀ ਜੇ ਉਹਦੀ ਜਾਇਦਾਦ ਜਿਹੜੀ ਆ ਉਹ ਸਰਕਾਰ ਆਪਦੇ ਕਬਜ਼ੇ 'ਚ ਲੈ ਸਕਦੀ ਹੈ? ਉਹ ਤਾਂ ਹੋ ਸਕਦੀ ਹੈ ਜੀ, ਅਗਰ ਇਹ ਸਾਬਤ ਹੋ ਜਾਂਦਾ ਪ੍ਰੀਵੈਂਸ਼ਨ ਆਫ ਕਰਪਸ਼ਨ ਐਕਟ ਦੇ ਤਹਿਤ ਜੀ ਕਿ ਇਹਦੇ ਵਿੱਚ ਡਿਸਪ੍ਰੋਪੋਰਸ਼ਨੇਟ ਐਸੈਟਸ ਨੇ, ਫਿਰ ਉਸ ਤੋਂ ਬਾਅਦ ਇਹ ਦੇਖਿਆ ਜਾਏਗਾ ਕਿਹੜੇ ਸਰੋਤ ਜਿਹੜੇ ਆ ਉਹ ਜਿਹੜੇ ਹੈ ਉਹ ਵੈਲਿਡ ਰੀਜ਼ਨਸ ਜਾਂ ਲੈਜੀਟੀਮੇਟ ਨਹੀਂ ਹੈਗੇ ਜਾਂ ਸਹੀ
ਸਰੋਤਾਂ ਤੋਂ ਜੀ। ਜਾਂ ਆਮਦਨ ਦੇ ਸਰੋਤਾਂ ਤੋਂ ਨਹੀਂ ਖਰੀਦੇ ਗਏ, ਜੀ ਉਹਦੀ ਅੱਗੇ ਤਹਿਕੀਕਾਤ, ਉਹ ਵੀ ਕਾਫੀ ਕੰਪਲਿਕੇਟਡ ਮੈਟਰ ਹੁੰਦਾ। ਉਹਦੇ ਵਿੱਚ ਵੀ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ। ਕਈ ਵਾਰੀ ਕੀ ਹੁੰਦਾ ਕਿ ਉਹ ਤੁਹਾਡੇ ਨਾਮ ਤੇ ਹੀ ਨਹੀਂ ਹੁੰਦੀ ਜੀ ਬਿਲਕੁਲ। ਤਾਂ ਉਸ ਦੇ ਵਿੱਚ ਫਿਰ ਉਹਨੂੰ ਐਸਟੈਬਲਿਸ਼ ਕਰਨਾ, ਦੂਸਰੇ ਬੰਦੇ ਨੂੰ ਜਿਹਦੇ ਨਾਮ ਦੇ ਉੱਤੇ ਹੈਗਾ, ਉਹ ਸਾਰਾ ਐਵੀਡੈਂਸ ਦਾ ਮੈਟਰ ਆ। ਜੀ ਉਹ ਸਾਰਾ ਜਦੋਂ ਕੇਸ ਰਜਿਸਟਰ ਹੋ ਜਾਂਦਾ, ਕਲੈਕਸ਼ਨ ਆਫ ਐਵੀਡੈਂਸ ਹੁੰਦੀ ਆ, ਉਹਦੇ ਵਿੱਚ ਸਾਰੀ ਚੀਜ਼ ਆਉਂਦੀ ਹੈ। ਜੀ ਤੋ ਇਸ ਤਰੀਕੇ ਦੇ ਨਾਲ ਫਿਰ ਉਸ ਨੂੰ ਜਿਹੜਾ ਹੈਗਾ ਅਟੈਚ ਕਰ ਲਿਆ ਜਾਂਦਾ। ਅਗਰ ਉਹਦੀ ਕੋਈ ਜਸਟੀਫਿਕੇਸ਼ਨ ਨਹੀਂ ਬਣਦੀ ਅੰਡਰ ਜਿਹੜਾ ਹੈਗਾ ਲਾਅ, ਉਸ ਨੂੰ ਅਟੈਚ ਕੀਤਾ ਜਾ ਸਕਦਾ। ਬਿਲਕੁਲ। ਤੇ ਪਰਿਵਾਰ ਦੇ ਮੈਂਬਰ ਜੇ ਇਸ ਮਾਮਲੇ 'ਚ ਰੌਲਾ ਪਾ ਲੈਣ ਵੀ ਇਹ ਤਾਂ ਸਾਡਾ ਵੀ ਹੱਕਦਾਰ ਬਰਾਬਰ ਹੈਗੇ ਅਸੀਂ, ਤੇ ਤੁਸੀਂ ਕੇਸ ਉਹਨੇ ਦਰਜ ਕੀਤਾ ਤੇ ਤੁਸੀਂ ਇਸ ਤਰ੍ਹਾਂ ਫਿਰ ਇਨਵੈਸਟੀਗੇਸ਼ਨ ਦੇ ਦੌਰਾਨ ਜਦੋਂ ਕੇਸ ਚੱਲੇਗਾ, ਟ੍ਰਾਇਲ ਦੇ ਵਿੱਚ ਆਏਗਾ, ਉੱਥੇ ਉਹ ਬੰਦੇ ਵੀ ਆਪਣਾ ਪੱਖ ਪੇਸ਼ ਕਰ ਸਕਦੇ। ਜੀ ਮਤਲਬ ਪੱਖ ਪੇਸ਼ ਕਰਨ ਤੋਂ ਬਾਅਦ ਜੋ ਵੀ ਫਾਈਨਲ ਆਏਗੀ ਚੀਜ਼, ਉਸ ਦੇ ਆਧਾਰ ਦੇ ਉੱਤੇ ਜਿਹੜੀ ਪ੍ਰਾਪਰਟੀ, ਮੰਨ ਲਓ ਕਈ ਵਾਰੀ ਇਹ ਵੀ ਹੋ ਸਕਦਾ ਕਿ ਵੀ ਕੋਈ ਵੀ ਪ੍ਰਾਪਰਟੀ ਡਿਸਪ੍ਰੋਪੋਰਸ਼ਨੇਟ ਨਾ ਨਿਕਲੇ, ਤੇ ਕੁਝ ਇਹ ਵੀ ਹੋ ਸਕਦਾ ਕਿ ਇੱਕ ਪਾਰਟਿਕੂਲਰ ਪ੍ਰਾਪਰਟੀ ਨਿਕਲੇ ਆਈ, ਉਸ ਪ੍ਰਾਪਰਟੀ ਦੇ ਵਿੱਚ ਜਿਹੜੇ ਹੋਰ ਹੋਣਗੇ ਬੰਦੇ ਇਨਵੋਲਵਡ, ਉਹ ਆਪਣਾ ਪੱਖ ਕੋਰਟ ਦੇ ਕੋਲੇ ਰੱਖ ਸਕਦੇ। ਬਿਲਕੁਲ, ਇਹ ਹੋ ਸਕਦਾ ਹੈਗਾ। ਇਸ ਤਰੀਕੇ ਦੇ ਨਾਲ ਮਤਲਬ ਇਸ ਕਿਸੇ ਵੀ ਇਸ ਤਰੀਕੇ ਦੇ ਮਸਲੇ ਦਾ ਜਿਹੜਾ ਹੈ ਉਹ ਹੱਲ ਹੋ ਸਕਦਾ ਹੈਗਾ। ਇਹਦੇ ਵਿੱਚ ਵੀ ਕੋਈ ਮੇਰਾ ਖਿਆਲ ਆ ਜਿੱਥੋਂ ਤੱਕ ਕਿ ਇਕੱਲੇ ਸਮੇਤ ਸਿੰਘ ਸੈਣੀ ਨਹੀਂ ਹੈ, ਇਹਦੇ ਵਿੱਚ 4-5 ਬੰਦੇ ਹੋਰ ਵੀ ਆ ਜੀ ਜੀ ਇਸ FIR ਦੇ ਵਿੱਚ। ਬਿਲਕੁਲ, ਇਹ ਕੇਸ ਜਿਹੜਾ ਹੈਗਾ। ਵੈਸੇ ਇਹ ਕੇਸ ਕਿੱਥੋਂ ਚੱਲਿਆ, ਕਿਹੜੇ ਪਾਸੇ ਨੂੰ ਹੋਇਆ, ਥੋੜਾ ਜਿਹਾ ਮੈਂ ਜ਼ਰੂਰ ਚਾਹੂੰਗਾ ਇਸ ਬਾਰੇ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸਿਆ ਜਾਵੇ, ਤੇ ਹੁਣ ਇਹ ਕਿੱਧਰ ਨੂੰ ਮੋੜਾ ਪਾਈ ਗਿਆ, ਆਖਰ ਬਣ ਕੀ ਰਿਹਾ? ਦੇਖੋ ਜੀ, ਜਿਹੜੀ FIR ਹੈਗੀ ਆ ਉਹ ਪੂਰੀ ਤਰ੍ਹਾਂ ਨਾਲ ਅਵੇਲੇਬਲ ਨਹੀਂ ਹੈ, ਉਹਦੇ ਵਿੱਚ ਡਿਟੇਲ ਨਹੀਂ ਦੱਸੀ ਹੋਈ ਕਿ ਕਿਹੜੀਆਂ ਪ੍ਰਾਪਰਟੀਆਂ ਨੇ ਮੂਵੇਬਲ ਔਰ ਇਮੂਵੇਬਲ ਜਿਨ੍ਹਾਂ ਤੇ ਵਿਜੀਲੈਂਸ ਦਾ ਕੁਐਸਚਨ ਆ। ਜੀ ਬਿਲਕੁਲ। ਤੇ ਉਹ ਜਿਹੜੀਆਂ ਪ੍ਰਾਪਰਟੀਆਂ ਨੇ ਉਹਨਾਂ ਦੀ ਕਿਆ ਡਿਟੇਲ ਹੈਗੀ ਆ, ਕਿਸ ਦੇ ਨਾਮ ਦੇ ਉੱਤੇ ਨੇ, ਉਹਦੇ ਵਿੱਚ ਕੀ ਇਨਵੋਲਡ ਆ, ਉਹ ਅਜੇ ਸਾਰਾ ਕੁਝ ਉਹਨਾਂ ਨੇ ਕਿਸ ਨੂੰ ਆਧਾਰ ਬਣਾਇਆ ਜੀ, ਕਿ ਚੰਡੀਗੜ੍ਹ ਦੀ ਜਿਹੜੀ 20 ਸੈਕਟਰ ਵਾਲੀ ਕੋਠੀ ਆ ਉਸ ਨੂੰ ਬਣਾਇਆ ਜਾਂ ਉਹਦੇ ਵਿੱਚ ਕੁਝ ਹੋਰ ਵੀ ਆ। ਜੀ ਜੀ, ਇਟ ਇਜ਼ ਯੈਟ ਟੂ ਬੀ ਕਮ ਇਨ ਦੀ ਪਿਕਚਰ। ਇਸ ਕਰਕੇ ਅਜੇ ਉਹਦੇ ਬਾਰੇ ਆਪਾਂ ਉਹ ਕਿਹੜੀਆਂ ਪ੍ਰਾਪਰਟੀਆਂ ਨੇ ਜਿਹੜਾ ਲੀਗਲੀ ਉਹਨਾਂ ਨੇ ਕੀਤੀਆਂ ਨੇ ਉਹ ਕਲੀਅਰ ਨਹੀਂਗਾ। ਇੱਕ ਵੱਡੀ ਸਿਆਸਤ ਖੇਡੀ ਜਾ ਰਹੀ ਆ, ਤੁਹਾਨੂੰ ਕੀ ਲੱਗਦਾ ਹੈਗਾ ਕੁਝ ਪਾਰਟੀਆਂ ਜਾਂ ਸੱਤਾਧਾਰੀ ਪਾਰਟੀ ਆ, ਕੌਣ ਕੋਸ਼ਿਸ਼ ਕਰ ਰਿਹਾ ਹੈਗਾ ਫਸਾਉਣ ਦੀ ਜਾਂ ਫਿਰ ਪਾਸੇ ਕਰਨ ਦੀ ਜਾਂ ਫਿਰ ਮਾਮਲਾ ਨਿਬੇੜਨ ਦੀ, ਕੀ ਹੈ ਇਹ? ਦੇਖੋ, ਇਸ ਦੇ ਵਿੱਚ ਨਾ ਮੈਂ ਇੱਕ ਐਸੀ ਪ੍ਰਿੰਸੀਪਲੀ ਚੀਜ਼ ਤੁਹਾਨੂੰ ਦੱਸਣਾ ਚਾਹੁੰਦਾ, ਜਿਹੜੀ ਮੈਂ ਸੋਚਦਾ ਕਿ ਅਗਰ ਇਹ ਚੀਜ਼ ਹੋ ਜਾਂਦੀ ਹੈ ਤਾਂ ਬਿਲਕੁਲ ਆਬਜੈਕਟਿਵ ਔਰ ਇੰਪਾਰਸ਼ੀਅਲ ਇਨਵੈਸਟੀਗੇਸ਼ਨ ਏਜੰਸੀਆਂ ਆਪਣਾ ਕੰਮ ਕਰਨਗੀਆਂ ਜੀ। ਦੇਖੋ, ਜਦੋਂ ਕੋਈ ਵੀ ਇਸ ਤਰ੍ਹਾਂ ਦਾ ਡਿਪਾਰਟਮੈਂਟ ਜਿਹੜਾ ਹੈਗਾ, ਜਿਵੇਂ CBI ਹੈ, ਇਹ ਸੈਂਟਰਲ ਗਵਰਨਮੈਂਟ ਦੇ ਅੰਡਰ ਕੰਮ ਕਰਦੀ ਹੈ ਜੀ, ਸਟੇਟ ਗਵਰਨਮੈਂਟ ਦੇ ਅੰਦਰ ਵਿਜੀਲੈਂਸ ਡਿਪਾਰਟਮੈਂਟ ਕੰਮ ਕਰਦਾ। ਦੇਖੋ, ਉਹਦੇ ਵਿੱਚ ਕੋਈ ਵੀ ਜਿਹੜੇ ਪੋਲੀਟੀਕਲ ਐਗਜ਼ੈਕਟਿਵ ਜਿਹੜੀ ਹੈਗੀ ਆ, ਜਦੋਂ ਉਹਨਾਂ ਦੇ ਨੀਚੇ ਉਹਨਾਂ ਅਧਿਕਾਰੀਆਂ ਨੇ ਕੰਮ ਕਰਨਾ ਤਾਂ ਉਹਦੇ ਵਿੱਚ ਕਈ ਵਾਰੀ ਇਨਫਲੂਐਂਸ ਹੋ ਸਕਦੇ ਆ, ਚਾਹੇ ਉਹ CBI ਹੈ ਚਾਹੇ ਦੂਸਰੀ ਹੈ ਜੀ। ਲੇਕਿਨ ਜੇ ਅਸੀਂ ਇਹ ਚਾਹੁੰਦੇ ਹਾਂ ਕਿ ਅਸੀਂ ਬਿਲਕੁਲ ਇੰਪਾਰਸ਼ੀਅਲ ਔਰ ਜਿਹੜੀ ਪ੍ਰੋਪਰ ਇਨਵੈਸਟੀਗੇਸ਼ਨ ਜਿਹੜੀ ਆ ਉਹ ਕਰਵਾਈਏ, ਜਿਹੜੀ ਕਲੀਨਿਕਲੀ ਜਿਹੜੀ ਪ੍ਰੈਸੀਜਨ ਵਾਲੀ ਹੋਵੇ, ਤਾਂ ਫਿਰ ਇਹਨਾਂ ਏਜੰਸੀਆਂ ਨੂੰ ਜਿਹੜਾ ਹੈਗਾ ਉਹ ਸਟੇਟ ਐਗਜ਼ੈਕਟਿਵ ਜਾਂ ਸੈਂਟਰਲ ਐਗਜ਼ੈਕਟਿਵ ਤੋਂ ਵਿੱਚੋਂ ਕੱਢ ਕੇ ਇਹਨਾਂ ਨੂੰ ਕਨਸਟੀਟਿਊਸ਼ਨਲ ਬਾਡੀਜ਼ ਬਣਾਉਣਾ ਚਾਹੀਦਾ ਜੀ। ਜਿਵੇਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਜਾਂ ਹੋਰ ਸਾਡੀਆਂ ਜਿਹੜੀਆਂ ਇਸ ਤਰ੍ਹਾਂ ਦੀਆਂ ਕਨਸਟੀਟਿਊਸ਼ਨਲ ਬਾਡੀਜ਼ ਨੇ ਜੀ। ਤਾਂ ਉਹਦੇ ਨਾਲ ਕੀ ਹੋਏਗਾ ਕਿ ਇਹ ਇਹਨਾਂ ਦੇ ਉੱਤੇ ਕੋਈ ਕਿਸੇ ਤਰ੍ਹਾਂ ਦਾ ਮਾਨਸਿਕ ਦਬਾਅ ਨਹੀਂ ਹੋਵੇਗਾ ਜੀ। तो ਹੁਣ ਜਿਵੇਂ ਮੰਨ ਲਓ ਕੋਈ ਅਧਿਕਾਰੀ ਹੈ, ਚਾਹੇ ਲੋਅਰ ਲੈਵਲ ਦਾ ਅਧਿਕਾਰੀ ਹੈ, ਵਿੱਚ ਟੀਮ ਦੇ ਸ਼ਾਮਲ ਆ, ਕੱਲ੍ਹ ਨੂੰ ਉਸ ਦੀ ਪ੍ਰਮੋਸ਼ਨ ਦਾ ਮੈਟਰ ਆ, ਤਾਂ ਅਗਲਾ ਇਹ ਸੋਚਦਾ ਹੈਗਾ ਕਿ ACRs ਜਿਹੜੀਆਂ ਨੇ ਉਹ ਪੋਲੀਟੀਕਲ ਲੈਵਲ ਦੇ ਉੱਤੇ ਲਿਖੀਆਂ ਜਾਂਦੀਆਂ ਨੇ ਜਾਂ ਅਪਰੂਵ ਹੁੰਦੀਆਂ ਨੇ ਉਸ ਲੈਵਲ ਦੇ ਉੱਤੇ ਜਾ ਕੇ। ਸੋ ਇਨਵੈਸਟੀਗੇਸ਼ਨ ਜਿਹੜੀਆਂ ਏਜੰਸੀਜ਼ ਨੇ ਆਪਣੇ ਲੈਵਲ ਦੇ ਉੱਤੇ ਤਾਂ ਇਹਨਾਂ ਦੀ ਕੋਸ਼ਿਸ਼ ਹੁੰਦੀ ਹੈ ਵੀ ਕੋਈ ਐਸਾ ਕੇਸ ਨਾ ਹੋਵੇ ਜਿਹਦੇ ਵਿੱਚ ਕੋਈ ਵੈਂਡੇਟਾ ਹੋਵੇ ਜੀ। ਬਿਲਕੁਲ। ਪਰ ਫਿਰ ਵੀ ਜਿਹੜਾ ਹੈਗਾ ਜੋ ਪ੍ਰੈਕਟਿਸ ਹੈਗੀ ਆ, ਉਹਦੇ ਆਧਾਰ ਦੇ ਉੱਤੇ ਅਗਰ ਇਸ ਨੂੰ ਕਨਸਟੀਟਿਊਸ਼ਨਲ ਬਾਡੀਜ਼ ਬਣਾ ਲੈਂਦੇ ਆ, ਉਹ ਬਣਾਉਣੀਆਂ ਹੈਗੀਆਂ ਨੇ ਜੀ ਪੋਲੀਟੀਸ਼ੀਅਨ ਚ ਨਹੀਂ, ਪਾਰਲੀਮੈਂਟ ਨੇ ਬਣਾਉਣੀਆਂ ਜੀ। ਪਾਰਲੀਮੈਂਟ ਕਨਸਟੀਟਿਊਸ਼ਨ ਚ ਅਮੈਂਡਮੈਂਟ ਕਰੇਗੀ, ਕੋਈ ਇਸ ਤਰ੍ਹਾਂ ਦਾ ਇੱਕ ਐਕਟ ਲੈ ਕੇ ਆਏਗੀ, ਮਤਲਬ ਸੋਧ ਕਰ ਸਕਦੇ ਹੋ, ਉਹ ਸੋਧ ਕਰ ਸਕਦੇ ਆ। ਪਰ ਯੂਜੂਅਲੀ ਮੈਨੂੰ ਉਮੀਦ ਨਹੀਂ ਹੈ ਬਹੁਤੀ, ਕਿਉਂਕਿ ਜਿਹੜੇ ਵੀ ਸਿਆਸਤਦਾਨ ਨੇ ਉਹਨਾਂ ਨੇ ਇਨਵੈਸਟੀਗੇਸ਼ਨ ਏਜੰਸੀਆਂ ਜਾਂ ਲਾਅ ਐਂਡ ਆਰਡਰ ਆਪਣੇ ਹੱਥਾਂ ਦੇ ਵਿੱਚ ਰੱਖਣਾ। ਬਿਲਕੁਲ, ਅਖਤਿਆਰ ਜ਼ਿਆਦਾ ਹੁਣ ਉਹਨਾਂ ਦਾ ਹੀ ਹੈ। ਅਖਤਿਆਰ ਦੇਖੋ, ਹੁਣ ਜਿਵੇਂ ਮਿਨਿਸਟਰੀ ਆਫ ਹੋਮ ਗਵਰਨਮੈਂਟ ਆਫ ਇੰਡੀਆ ਜੀ ਜੀ, ਜੇ ਉਹਨਾਂ ਦੇ ਕੋਲੇ ਇਸ ਤਰ੍ਹਾਂ ਦੀਆਂ ਏਜੰਸੀਜ਼ ਮੰਨ ਲਓ ਨਹੀਂ ਹੁੰਦੀਆਂ ਤਾਂ ਉਹਨਾਂ ਦੇ ਕੋਲੇ ਕੀ ਪਾਵਰ ਆ ਫਿਰ? ਬਿਲਕੁਲ। ਤਾਂ ਉਸ ਕਰਕੇ ਜਲਦੀ ਉਹਨਾਂ ਦਾ ਮਨ ਬਣੇਗਾ ਨਹੀਂ। ਪਰ ਜੇ ਅਸੀਂ ਚਾਹੁੰਦੇ ਹਾਂ ਕਿ ਸਾਡਾ ਇੰਡੀਅਨ ਸੋਸਾਇਟੀ ਮੋਰ ਸਿਵਲਾਈਜ਼ਡ ਹੋਵੇ, ਅਸੀਂ ਹੋਰ ਬਿਹਤਰ ਜਿਹੜਾ ਏਰੀਆਜ਼ ਦੇ ਵਿੱਚ ਜਾਈਏ, ਅੱਗੇ ਗਰੋ ਕਰੀਏ, ਫਿਰ ਇਸ ਤਰ੍ਹਾਂ ਦੀ ਜਿਹੜੀ ਕਿਸੇ ਵੀ ਪਬਲਿਕ ਨੂੰ, ਕਿਸੇ ਅਧਿਕਾਰੀ ਨੂੰ ਜਿਹਨੇ ਇੰਨੇ ਸਾਲ ਸਰਵਿਸ ਕੀਤੀ ਹੁੰਦੀ ਹੈ, ਉਹਨੂੰ ਕੋਈ ਗਰਜ ਨਾ ਰਹੇ, ਉਹਨੂੰ ਇਹ ਲੱਗੇ ਕਿ ਕੱਲਾ ਇੰਪਾਰਸ਼ੈਲਿਟੀ ਜਿਹੜੀ ਆ ਉਹ ਕੋਈ ਨਹੀਂ ਹੈ, ਦਿਸ ਵੀ ਰਹੀ ਹੈ। तो इस करके ਆਪਾਂ ਇਹਨਾਂ ਨੂੰ ਥੋੜਾ ਜਿਹਾ ਨਾ ਇਹਨਾਂ ਦੇ ਏਜੰਸੀਜ਼ ਨੂੰ, ਜਿਵੇਂ ਹੁਣ ਥੋੜੀ ਕੋਸ਼ਿਸ਼ ਹੋਈ ਵੀ ਹੈ ਜੀ ਜੀ, ਜਿਵੇਂ ਪੰਜਾਬ ਸਰਕਾਰ ਨੇ ਇੱਕ ਪੰਜਾਬ ਸਟੇਟ ਵਿਜੀਲੈਂਸ ਕਮਿਸ਼ਨ ਜਿਹੜਾ ਹੈ ਐਸਟੈਬਲਿਸ਼ ਕੀਤਾ ਜੀ। ਉਹਦੇ ਵਿੱਚ ਇੱਕ ਹਾਈ ਕੋਰਟ ਲੈਵਲ ਦੇ ਜੱਜ ਨੇ ਉਹਨਾਂ ਨੂੰ ਚੀਫ ਵਿਜੀਲੈਂਸ ਕਮਿਸ਼ਨਰ ਬਣਾਇਆ। ਉਹਨਾਂ ਨਾਲ ਇੱਕ ਹੋਰ ਬਾਡੀ ਦੇ ਵਿੱਚ 2 ਅਧਿਕਾਰੀ ਨੇ ਜਿਨ੍ਹਾਂ ਨੇ ਮੋਨੀਟਰਿੰਗ ਕਰਨੀ ਹੈ ਜੀ। ਵਿਜੀਲੈਂਸ ਦੇ ਜਿਹੜੇ ਆਫਿਸਰ ਨੇ ਜਿਹਦੇ ਵਿੱਚ
ਡਾਇਰੈਕਟਰ ਆ, ਚੀਫ ਡਾਇਰੈਕਟਰ ਆ, ਜੁਆਇੰਟ ਡਾਇਰੈਕਟਰ ਆ, ਜਾਂ ਜਿੰਨੇ ਵੀ ਹੋਰ ਅਧਿਕਾਰੀ ਆ ਹਾਇਰਾਰਕੀ ਦੇ ਜੀ ਵਿੱਚ, ਜੀ ਉਹਨਾਂ ਦੇ ਉੱਤੇ ਇੱਕ ਮੋਨੀਟਰਿੰਗ ਏਜੰਸੀ ਐਸਟੈਬਲਿਸ਼ ਕੀਤੀ ਆ ਹੂੰ ਤਾਂ ਕਿ ਕੋਈ ਇੰਪਾਰਸ਼ੈਲਿਟੀ ਜਾਂ ਕੋਈ ਹੋਰ ਇਸ ਤਰ੍ਹਾਂ ਦਾ ਗਰਜ ਜਿਹੜਾ ਉਹ ਨਾ ਹੋ ਸਕੇ। ਜੀ ਜੇ ਕਿਸੇ ਨੂੰ ਕੋਈ ਗਰਜ ਲੱਗਦਾ, ਉਹ ਉਸ ਅਧਿਕਾਰੀ ਨੂੰ, ਜਿਹੜਾ ਚੀਫ ਵਿਜੀਲੈਂਸ ਕਮਿਸ਼ਨਰ ਆ, ਉਹਦੇ ਕੋਲੇ ਜਾ ਕੇ ਆਪਣੀ ਬੇਨਤੀ ਲਾ ਸਕਦਾ। ਜੀ ਜੀ ਤਾਂ ਉਹ ਮੋਨੀਟਰਿੰਗ ਅਥਾਰਟੀ ਆ, ਉਹ ਉਸ ਨੂੰ ਸੈਟੀਸਫਾਈ ਕਰੇਗਾ ਕਿਸੇ ਨਾ ਕਿਸੇ ਲੈਵਲ ਦੇ ਉੱਤੇ। ਉਹ ਇਸ ਤਰ੍ਹਾਂ ਦੀਆਂ ਇੱਕ ਏਜੰਸੀ ਬਣਾਈਆਂ ਨੇ, ਸੈਂਟਰਲ ਗਵਰਨਮੈਂਟ ਨੇ ਵੀ ਬਣਾਈ ਆ। ਜੀ ਸੈਂਟਰਲ ਗਵਰਨਮੈਂਟ ਨੇ ਵੀ ਸੈਂਟਰਲ ਵਿਜੀਲੈਂਸ ਕਮਿਸ਼ਨ ਐਕਟ 2003 ਬਣਾਇਆ। ਹੂੰ ਉਸ ਦੇ ਵਿੱਚ ਉਹਨਾਂ ਨੇ ਇੱਕ ਅਧਿਕਾਰੀ ਜਿਹੜੇ ਨੇ, ਇੱਕ ਟੀਮ ਬਣਾਈ ਆ ਹੂੰ ਜਿਹੜੀ CBI ਨੂੰ ਮੋਨੀਟਰ ਕਰਦੀ ਹੈ। ਅੱਛਾ, ਉਹ ਮੋਨੀਟਰ ਕਰਦੇ ਤੋਂ ਇਸ ਤਰ੍ਹਾਂ ਦੀਆਂ ਏਜੰਸੀਜ਼ ਹੈਗੀਆਂ ਨੇ, ਲੇਕਿਨ ਉਹ ਏਜੰਸੀ ਵੀ ਉਹਨਾਂ ਦੇ ਨੀਚੇ ਹੀ ਆ। ਜੀ ਬਿਲਕੁਲ। ਇਸ ਕਰਕੇ ਜਿਹੜਾ ਹੈਗਾ, ਇਸ ਨੂੰ ਅਗਰ ਕਨਸਟੀਟਿਊਸ਼ਨਲ ਬਣਾਉਂਦੇ ਆ ਤਾਂ ਇਹਦੇ ਵਿੱਚ ਮੋਰ ਟਰਾਂਸਪੇਰੈਂਸੀ ਜਿਹੜੀ ਆ ਉਹ ਆਏਗੀ ਤੇ ਜ਼ਿਆਦਾ ਬਿਹਤਰੀਨ ਢੰਗ ਦੇ ਨਾਲ ਸਾਡਾ ਜਿਹੜਾ ਹੈਗਾ ਇਹ ਪ੍ਰੋਸੀਡਿੰਗ ਜਿਹੜੀਆਂ ਉਹ ਚੱਲਣਗੀਆਂ। ਸੋ ਬਹੁਤ ਸ਼ੁਕਰੀਆ ਪ੍ਰੋਫੈਸਰ ਜਗਮੋਹਨ, ਤੁਸੀਂ ਵਕਤ ਕੱਢਿਆ ਔਨ 에ਅਰ ਦੇ ਲਈ, ਔਰ ਉਮੀਦ ਕਰਦਾ ਹੈਗਾ ਕਿ ਇਸ 'ਚ ਕਾਫੀ ਸਾਰੀ ਜਾਣਕਾਰੀ ਜਿਹੜੀ ਨੂੰ ਮਿਲੀ ਹੋਏਗੀ ਕਿ ਆਖਰ ਇੱਕ ਪਾਸੇ ਭਾਰਤੀ ਕਾਨੂੰਨ ਦੀਆਂ ਧਾਰਾਵਾਂ ਨੇ, ਦੂਸਰੇ ਪਾਸੇ ਕੁਝ ਅਜਿਹੇ ਲੋਕ ਨੇ, ਚਾਹੇ ਉਹ ਕਿੱਡਾ ਵੀ ਵੱਡਾ ਚਿਹਰਾ ਹੋਵੇ, ਉਹਨਾਂ ਦੇ ਉੱਤੇ ਜਿਸ ਤਰੀਕੇ ਨਾਲ ਕੇਸ ਚੱਲਦੇ ਪਏ ਨੇ, ਤੇ ਆਖਰ ਕਦੋਂ ਤੱਕ ਇਹਨਾਂ ਦੇ ਕਾਨੂੰਨ ਦੇ ਮੁਤਾਬਕ ਆਖਰ ਉਹ ਆਪਣਾ ਬਚਾਅ ਕਰਦੇ ਰਹਿਣਗੇ, ਜਾਂ ਕਹਿ ਸਕਦੇ ਹੈਗੇ ਕਿ ਕਾਨੂੰਨ ਨੂੰ ਮੰਨਣਗੇ, ਜਾਂ ਫਿਰ ਕਾਨੂੰਨ ਦੇ ਨੁਕਤੇ ਦੀ, ਜਿਸ ਤਰੀਕੇ ਅਸੀਂ ਗੱਲ ਕੀਤੀ ਹੈ ਕਿ ਵੱਖ-ਵੱਖ ਲੋਕਾਂ ਦੇ ਉੱਤੇ ਵੱਖ-ਵੱਖ ਕਿਉਂ ਆ, ਉਹ ਪ੍ਰੋਫੈਸਰ ਸਾਹਿਬ ਨੇ ਜ਼ਿਕਰ ਕਰ ਹੀ ਦਿੱਤਾ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਆ ਕੁਝ ਹਦਾਇਤਾਂ, ਕੁਝ ਗਾਈਡਲਾਈਨ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ, ਕੁਝ ਜੋ ਕਾਨੂੰਨ ਦੇ ਵਿੱਚ ਬਣਾਈਆਂ ਗਈਆਂ ਨੇ, ਤੇ ਗੱਲ ਤਾਂ ਸੋਧਾਂ ਦੀ ਵੀ ਕੀਤੀ ਗਈ ਹੈ ਕਿ ਸੋਧ ਵੀ ਹੋ ਸਕਦੀ ਹੈ, ਸੱਤਾਧਾਰੀ ਪਾਰਟੀ ਜੋ ਚਾਹੇ ਉਹ ਹੋਏਗਾ। ਸੋ ਸੁਮੇਧ ਸੈਣੀ ਵਾਲੇ ਮਾਮਲੇ ਦੇ ਵਿੱਚ ਹੀ ਅੱਜ ਗੱਲਬਾਤ ਹੋਈ ਸੀ, ਕਿਸ ਤਰੀਕੇ ਲੱਗੀ ਇਸ ਬਾਰੇ ਸਾਨੂੰ ਜ਼ਰੂਰ ਦੱਸਣਾ। ਸੋ ਇਸੇ ਤਰ੍ਹਾਂ ਹੀ ਲਗਾਤਾਰ ਤੁਸੀਂ ਜੁੜੇ ਰਹੋ ਔਨ 에ਅਰ ਦੇ ਨਾਲ। ਕੈਮਰਾ ਪਰਸਨ ਗਗਨਦੀਪ ਦੇ ਨਾਲ ਕਮਲਜੀਤ ਸਿੱਧੂ, ਔਨ 에ਅਰ।